प्रोग्राम देख रहे सारे विद्यार्थियों ਨੂੰ ਮੇਰੇ ਵੱਲੋਂ ਜਾਨੀ ਕਿ ਰਾਜਵਿੰਦਰ ਸਿੰਘ ਵੱਲੋਂ ਸਤਿ ਸ਼੍ਰੀ ਅਕਾਲ। ਵਿਦਿਆਰਥੀਓ ਅੱਜ ਦੇ ਇਸ ਲੈਸਨ ਵਿੱਚ ਆਪਾਂ 6ਵੀਂ ਕਲਾਸ ਦੇ ਗਣਿਤ ਦੇ ਦੂਜੇ ਅਧਿਆਏ ਪੂਰਨ ਸੰਖਿਆਵਾਂ ਬਾਰੇ ਚਰਚਾ ਕਰਾਂਗੇ। ਪੂਰਨ ਸੰਖਿਆਵਾਂ ਭਾਵ ਹੋਲ ਨੰਬਰਸ। ਇਸ ਲੈਸਨ ਵਿੱਚ ਆਪਾਂ ਪੂਰਨ ਸੰਖਿਆਵਾਂ ਬਾਰੇ ਮੁੱਢਲੀ ਜਾਣਕਾਰੀ ਪ੍ਰਾਪਤ ਕਰਾਂਗੇ ਅਤੇ ਪੂਰਨ ਸੰਖਿਆਵਾਂ ਦਾ ਜੋੜ ਘਟਾਓ ਅਤੇ ਗੁਣਾ ਸੰਖਿਆ ਰੇਖਾ ਤੇ ਕਿਵੇਂ ਕੀਤਾ ਜਾ ਸਕਦਾ ਹੈ ਉਹਦੇ ਬਾਰੇ ਜਾਣਾਂਗੇ। ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਜਿਵੇਂ ਕਿ ਅਸੀਂ ਜਾਣਦੇ ਹਾਂ ਜਦੋਂ ਅਸੀਂ ਗਿਣਨਾ ਸ਼ੁਰੂ ਕਰਦੇ ਹਾਂ ਤਾਂ ਅਸੀਂ 1 2 3 4 ਆਦਿ ਦਾ ਪ੍ਰਯੋਗ ਕਰਦੇ ਹਾਂ। ਜਦੋਂ ਅਸੀਂ ਗਿਣਤੀ ਸ਼ੁਰੂ ਕਰਦੇ ਹਾਂ ਤਾਂ ਇਹ ਪ੍ਰਾਕਿਰਤਿਕ ਰੂਪ ਵਿੱਚ ਸਾਡੇ ਸਾਹਮਣੇ ਆ ਜਾਂਦੇ ਹਨ। ਇਸ ਲਈ ਗਣਿਤ ਸ਼ਾਸਤਰੀ ਇਹਨਾਂ ਗਿਣਨ ਵਾਲੀਆਂ ਸੰਖਿਆਵਾਂ ਨੂੰ ਪ੍ਰਾਕਿਰਤਿਕ ਸੰਖਿਆਵਾਂ ਕਹਿੰਦੇ ਹਨ। ਗਿਣਨ ਵਾਲੀਆਂ ਸੰਖਿਆਵਾਂ ਭਾਵ ਕਾਊਂਟਿੰਗ ਨੰਬਰਸ ਵੀ ਇਹਨਾਂ ਨੂੰ ਕਿਹਾ ਜਾਂਦਾ ਹੈ। ਪ੍ਰਾਕਿਰਤਿਕ ਸੰਖਿਆਵਾਂ ਇਹਨਾਂ ਨੂੰ ਨੈਚੁਰਲ ਨੰਬਰਸ ਵੀ ਕਿਹਾ ਜਾਂਦਾ ਹੈ। ਠੀਕ ਹੈ ਵਿਦਿਆਰਥੀਓ, ਤਾਂ ਜਦੋਂ ਵੀ ਅਸੀਂ ਕਿਸੇ ਚੀਜ਼ ਨੂੰ ਗਿਣਦੇ ਹਾਂ, ਚਾਹੇ ਅਸੀਂ ਕਲਾਸ ਦੇ ਵਿੱਚ ਬੱਚਿਆਂ ਦੀ ਗਿਣਤੀ ਕਰਨੀ ਹੋਵੇ, ਆਪਣੇ ਬੈਗ ਦੇ ਵਿੱਚ ਕਾਪੀਆਂ ਦੀ ਗਿਣਤੀ ਕਰਨੀ ਹੋਵੇ, ਆਪਣੇ ਖਿਡੌਣਿਆਂ ਦੀ ਗਿਣਤੀ ਕਰਨੀ ਹੋਵੇ, ਤਾਂ ਹਮੇਸ਼ਾ ਜਿਹੜੀ ਗਿਣਤੀ ਹੈ ਉਹ 1 2 3 4 ਐਵੇਂ ਹੀ ਸ਼ੁਰੂ ਕੀਤੀ ਜਾਂਦੀ ਹੈ। ਠੀਕ ਹੈ, ਇਸੇ ਲਈ ਇਹ ਜਿਹੜੀਆਂ ਸੰਖਿਆਵਾਂ ਸਾਡੇ ਕੋਲ 1 2 3 4 5 6 ਇਵੇਂ ਚਲਦੀਆਂ ਨੇ, ਇਹਨਾਂ ਨੂੰ ਅਸੀਂ ਪ੍ਰਾਕਿਰਤਿਕ ਸੰਖਿਆਵਾਂ ਜਾਂ ਗਿਣਨ ਵਾਲੀਆਂ ਸੰਖਿਆਵਾਂ ਕਹਿੰਦੇ ਹਾਂ। ਦਿੱਤੀ ਹੋਈ ਇੱਕ ਪ੍ਰਾਕਿਰਤਿਕ ਸੰਖਿਆ ਵਿੱਚ ਅਗਰ ਇੱਕ ਜੋੜ ਦਿੱਤਾ ਜਾਵੇ ਤਾਂ ਤੁਸੀਂ ਅਗਲੀ ਪ੍ਰਾਕਿਰਤਿਕ ਸੰਖਿਆ ਪ੍ਰਾਪਤ ਕਰ ਸਕਦੇ ਹੋ, ਭਾਵ ਤੁਸੀਂ ਉਸ ਦੀ ਅਗੇਤਰ ਸੰਖਿਆ ਪ੍ਰਾਪਤ ਕਰ ਲੈਂਦੇ ਹੋ। ਅਗੇਤਰ ਸੰਖਿਆ ਨੂੰ ਅਸੀਂ ਸਕਸੈਸਰ ਇੰਗਲਿਸ਼ ਦੇ ਵਿੱਚ ਬੋਲਦੇ ਹਾਂ। ਜਿਵੇਂ 16 ਦਾ ਅਗੇਤਰ 16 ਜਮਾ 1 ਬਰਾਬਰ 17, 19 ਦਾ ਅਗੇਤਰ 19 ਜਮਾ 1 ਬਰਾਬਰ 20 ਹੈ ਅਤੇ ਇਸੇ ਤਰ੍ਹਾਂ ਅੱਗੇ ਵੀ ਚੱਲਦਾ ਰਹੇਗਾ। ਸੰਖਿਆ 16 ਸੰਖਿਆ 17 ਤੋਂ ਠੀਕ ਪਹਿਲਾਂ ਆਉਂਦੀ ਹੈ। ਅਸੀਂ ਕਹਿੰਦੇ ਹਾਂ ਕਿ 17 ਦਾ ਪਿਛੇਤਰ ਪ੍ਰੀਡੀਸੈਸਰ 17 ਮਾਈਨਸ 1 ਬਰਾਬਰ 16 ਹੈ ਅਤੇ 20 ਦਾ ਪਿਛੇਤਰ 20 ਘਟਾਓ 1 ਬਰਾਬਰ 19 ਹੈ ਆਦਿ। ਸੋ ਵਿਦਿਆਰਥੀਓ, ਅਗੇਤਰ ਦਾ ਭਾਵ ਹੈ ਕਿਸੇ ਵੀ ਸੰਖਿਆ ਦੇ ਅੱਗੇ ਵਾਲੀ ਸੰਖਿਆ। ਅਗਰ ਸਾਨੂੰ ਕੋਈ ਵੀ ਇੱਕ ਸੰਖਿਆ ਦਿੱਤੀ ਹੋਈ ਹੈ, ਉਸ ਤੋਂ ਅੱਗੇ ਵਾਲੀ ਸੰਖਿਆ ਅਸੀਂ ਪਤਾ ਕਰਨੀ ਹੈ ਤਾਂ ਅਸੀਂ ਉਹਦੇ ਵਿੱਚ 1 ਜੋੜ ਦਿਆਂਗੇ। ਔਰ ਪ੍ਰੀਡੀਸੈਸਰ ਪਿਛੇਤਰ ਦਾ ਭਾਵ ਹੈ ਕਿ ਸੰਖਿਆ ਦੇ ਪਿੱਛੇ ਵਾਲੀ ਸੰਖਿਆ। ਅਗਰ ਸਾਨੂੰ ਕੋਈ ਵੀ ਸੰਖਿਆ ਦਿੱਤੀ ਹੋਈ ਹੈ, ਉਸ ਤੋਂ ਅਸੀਂ ਪਿੱਛੇ ਵਾਲੀ ਸੰਖਿਆ ਭਾਵ ਕਿ ਉਸ ਦਾ ਪਿਛੇਤਰ ਪਤਾ ਕਰਨਾ ਹੈ ਤਾਂ ਉਹਦੇ ਵਿੱਚੋਂ ਅਸੀਂ 1 ਨੂੰ ਘਟਾ ਦਿਆਂਗੇ। ਵਿਦਿਆਰਥੀਓ, ਤੁਸੀਂ ਸਕਰੀਨ ਦੇ ਉੱਤੇ ਹੁਣ ਕੁਝ ਨੰਬਰ ਜਿਹੜੇ ਕੁਝ ਸੰਖਿਆਵਾਂ ਦੇਖ ਰਹੇ ਹੋ ਜਿਨ੍ਹਾਂ ਦਾ ਕਿ ਅਸੀਂ ਅਗੇਤਰ ਅਤੇ ਪਿਛੇਤਰ ਸੰਖਿਆ ਲਿਖਣਾ ਹੈ। ਠੀਕ ਹੈ ਨਾ, ਜਿਵੇਂ 19 1997 12000 49, ਇਸੇ ਤਰ੍ਹਾਂ ਹੋਰ ਵੀ ਸੰਖਿਆਵਾਂ ਨੇ। ਇਹਨਾਂ ਦਾ ਅਗੇਤਰ ਅਤੇ ਪਿਛੇਤਰ ਸੰਖਿਆ ਲਿਖੋ। ਜਿਵੇਂ ਸਭ ਤੋਂ ਪਹਿਲਾਂ ਸਾਡੇ ਕੋਲ ਸੰਖਿਆ ਹੈ 19। ਸੋ 19 ਦਾ ਅਗੇਤਰ ਅਸੀਂ ਲਿਖਾਂਗੇ 19 ਦਾ ਅਗੇਤਰ। ਇਹਦੇ ਲਈ ਸਾਨੂੰ ਕੀ ਕਰਨਾ ਪਏਗਾ, ਇਹਦੇ ਵਿੱਚ ਅਸੀਂ 19 ਦੇ ਵਿੱਚ 1 ਨੂੰ ਜੋੜ ਦਿਆਂਗੇ ਤਾਂ ਇਹ ਸਾਡੇ ਕੋਲ 20 ਆ ਜਾਵੇਗਾ, ਭਾਵ ਕਿ 19 ਦਾ ਅਗੇਤਰ ਸਾਡੇ ਕੋਲ ਸੰਖਿਆ 20 ਹੈ। ਇਸੇ ਤਰ੍ਹਾਂ 19 ਦਾ ਪਿਛੇਤਰ ਕਿਸੇ ਵੀ ਸੰਖਿਆ ਦਾ ਪਿਛੇਤਰ ਪਤਾ ਕਰਨ ਲਈ ਅਸੀਂ ਉਹਦੇ ਵਿੱਚੋਂ 1 ਘਟਾ ਦਿੰਦੇ ਹਾਂ, ਭਾਵ ਕਿ ਸਾਡੇ ਕੋਲ ਇਸ ਦਾ ਉੱਤਰ 18 ਆ ਜਾਵੇਗਾ। ਠੀਕ ਹੈ, ਤਾਂ 19 ਦਾ ਅਗੇਤਰ ਸਾਡੇ ਕੋਲ 20 ਹੈ ਅਤੇ 19 ਦਾ ਪਿਛੇਤਰ ਸਾਡੇ ਕੋਲ 18 ਹੈ। ਇਸੇ ਤਰ੍ਹਾਂ ਬਾਕੀ ਸਾਰੀਆਂ ਸੰਖਿਆਵਾਂ 1997 12000 ਆਦਿ ਦੇ ਵਿੱਚ ਤੁਸੀਂ 1 ਜੋੜੋਗੇ ਤਾਂ ਤੁਹਾਨੂੰ ਉਸ ਸੰਖਿਆ ਦਾ ਅਗੇਤਰ ਪਤਾ ਚੱਲ ਜਾਵੇਗਾ, ਭਾਵ ਕਿ ਸਕਸੈਸਰ ਪਤਾ ਚੱਲ ਜਾਵੇਗਾ। ਔਰ ਅਗਰ 1 ਘਟਾਓਗੇ ਤਾਂ ਤੁਹਾਨੂੰ ਉਸ ਸੰਖਿਆ ਦਾ ਪਿਛੇਤਰ ਭਾਵ ਕਿ ਪ੍ਰੀਡੀਸੈਸਰ ਪਤਾ ਚੱਲ ਜਾਵੇਗਾ। ਠੀਕ ਹੈ ਵਿਦਿਆਰਥੀਓ, ਇਸ ਤੋਂ ਅੱਗੇ ਸਾਡੇ ਕੋਲ ਕੁਐਸਚਨ ਹੈ ਕਿ ਅਜਿਹੀ ਕੋਈ ਪ੍ਰਾਕਿਰਤਿਕ ਸੰਖਿਆ ਹੈ ਜਿਸ ਦਾ ਕੋਈ ਪਿਛੇਤਰ ਸੰਖਿਆ ਨਾ ਹੋਵੇ। ਹਾਂਜੀ ਵਿਦਿਆਰਥੀਓ, ਤੁਸੀਂ ਪ੍ਰਾਕਿਰਤਿਕ ਸੰਖਿਆ ਦੇ ਬਾਰੇ ਹੁਣੇ ਹੀ ਆਪਾਂ ਦੁਹਰਾਈ ਕੀਤੀ ਸੀ 1 2 3 4। ਕੀ ਉਹਨਾਂ ਦੇ ਵਿੱਚ ਕੋਈ ਇਹੋ ਜਿਹੀ ਸੰਖਿਆ ਹੈ ਜਿਹਦਾ ਕੋਈ ਵੀ ਪਿਛੇਤਰ ਨਾ ਹੋਵੇ? ਬਿਲਕੁਲ ਸਹੀ। ਅਗਰ ਤੁਸੀਂ 1 ਸੋਚਿਆ ਹੈ ਤਾਂ ਬਿਲਕੁਲ ਸਹੀ ਹੈ, ਕਿਉਂਕਿ ਪ੍ਰਾਕਿਰਤਿਕ ਸੰਖਿਆਵਾਂ ਦੇ ਵਿੱਚ ਸਭ ਤੋਂ ਛੋਟੀ ਸੰਖਿਆ 1 ਹੁੰਦੀ ਹੈ ਔਰ 1 ਦਾ ਕੋਈ ਵੀ ਪਿਛੇਤਰ ਨਹੀਂ ਹੁੰਦਾ। ਠੀਕ ਹੈ, ਤਾਂ ਦੂਸਰਾ ਸਾਡੇ ਕੋਲ ਸਵਾਲ ਅਸੀਂ ਦੇਖਦੇ ਹਾਂ ਕਿ ਅਜਿਹੀ ਕੋਈ ਪ੍ਰਾਕਿਰਤਿਕ ਸੰਖਿਆ ਹੈ ਜਿਸ ਦਾ ਕੋਈ ਅਗੇਤਰ ਸੰਖਿਆ ਨਾ ਹੋਵੇ। ਕੀ ਕੋਈ ਅਖੀਰਲੀ ਪ੍ਰਾਕਿਰਤਿਕ ਸੰਖਿਆ ਹੈ? ਹਾਂਜੀ ਬੱਚਿਓ, ਤਾਂ ਇਹਦੇ ਬਾਰੇ ਅਸੀਂ ਹੁਣ ਸੋਚਣਾ ਹੈ ਕਿ ਪ੍ਰਾਕਿਰਤਿਕ ਸੰਖਿਆਵਾਂ ਦੇ ਵਿੱਚ ਸਭ ਤੋਂ ਵੱਡੀ ਸੰਖਿਆ ਆਪਾਂ ਲਿਖ ਸਕਦੇ ਹਾਂ ਕਿਹੜੀ ਹੈ, ਜਿਸ ਤੋਂ ਅੱਗੇ ਹੋਰ ਕੋਈ ਵੀ ਸੰਖਿਆ ਨਾ ਹੋਵੇ।
ਬਿਲਕੁਲ ਨਹੀਂ। ਪ੍ਰਾਕਿਰਤਿਕ ਸੰਖਿਆਵਾਂ ਦੇ ਵਿੱਚ ਕੋਈ ਵੀ ਸੰਖਿਆ ਸਭ ਤੋਂ ਅਖੀਰਲੀ ਜਾਂ ਸਭ ਤੋਂ ਵੱਡੀ ਸੰਖਿਆ ਨਹੀਂ ਹੁੰਦੀ। ਠੀਕ ਹੈ, ਕੋਈ ਵੀ ਸੰਖਿਆ ਅਗਰ ਸਾਨੂੰ ਵੱਡੀ ਤੋਂ ਵੱਡੀ ਪ੍ਰਾਕਿਰਤਿਕ ਸੰਖਿਆ ਵੀ ਅਸੀਂ ਲਿਖ ਲਈਏ, ਜਦੋਂ ਅਸੀਂ ਉਹਦੇ 'ਚ +1 ਕਰਾਂਗੇ ਤਾਂ ਉਸ ਤੋਂ ਅਗਲੀ ਸੰਖਿਆ ਸਾਨੂੰ ਪ੍ਰਾਪਤ ਹੋ ਜਾਵੇਗੀ। ਸੋ ਆਪਾਂ ਇਹ ਕਹਿ ਸਕਦੇ ਪ੍ਰਾਕਿਰਤਿਕ ਸੰਖਿਆਵਾਂ ਦੇ ਵਿੱਚ ਸਭ ਤੋਂ ਛੋਟੀ ਸੰਖਿਆ ਜਿਹੜੀ 1 ਹੈ, ਜਿਸ ਦਾ ਕੋਈ ਵੀ ਪਿਛੇਤਰ ਨਹੀਂ ਹੁੰਦਾ, ਪਰ ਇਹੋ ਜਿਹੀ ਸੰਖਿਆ ਕੋਈ ਵੀ ਨਹੀਂ ਹੈ ਜਿਹੜੀ ਸਭ ਤੋਂ ਅਖੀਰਲੀ ਪ੍ਰਾਕਿਰਤਿਕ ਸੰਖਿਆ ਹੋਵੇ ਔਰ ਜਿਸ ਦਾ ਅਗੇਤਰ ਕੋਈ ਨਾ ਹੋਵੇ। ਸੋ ਵਿਦਿਆਰਥੀਓ, ਮੈਨੂੰ ਉਮੀਦ ਹੈ ਕਿ ਤੁਸੀਂ ਪ੍ਰਾਕਿਰਤਿਕ ਸੰਖਿਆਵਾਂ ਦੇ ਵਿੱਚ ਅਗੇਤਰ ਅਤੇ ਪਿਛੇਤਰ ਜਾਣਨਾ, ਇਹਨੂੰ ਤੁਸੀਂ ਸਮਝ ਚੁੱਕੇ ਹੋ। ਵੈਸੇ ਇਹ ਚੀਜ਼ਾਂ ਤੁਸੀਂ ਪਹਿਲਾਂ ਛੋਟੀਆਂ ਜਮਾਤਾਂ ਦੇ ਵਿੱਚ ਵੀ ਪੜ੍ਹ ਚੁੱਕੇ ਹੋ। ਇਸ ਤੋਂ ਬਾਅਦ ਹੁਣ ਅਸੀਂ ਗੱਲ ਕਰਾਂਗੇ ਪੂਰਨ ਸੰਖਿਆਵਾਂ ਦੀ। ਠੀਕ ਹੈ, ਪੂਰਨ ਸੰਖਿਆਵਾਂ ਭਾਵ ਹੋਲ ਨੰਬਰਸ। ਅਸੀਂ ਦੇਖ ਚੁੱਕੇ ਹਾਂ ਕਿ ਪ੍ਰਾਕਿਰਤਿਕ ਸੰਖਿਆ 1 ਦਾ ਕੋਈ ਪਿਛੇਤਰ ਨਹੀਂ ਹੁੰਦਾ। ਠੀਕ ਹੈ ਨਾ, ਅਸੀਂ ਦੇਖਿਆ ਕਿ 1 ਦਾ ਕੋਈ ਪਿਛੇਤਰ ਨਹੀਂ ਹੈ। ਤਾਂ ਪ੍ਰਾਕਿਰਤਿਕ ਸੰਖਿਆਵਾਂ ਦੇ ਸੰਗ੍ਰਹਿ ਵਿੱਚ ਅਸੀਂ 0 ਨੂੰ 1 ਦੇ ਪਿਛੇਤਰ ਦੇ ਰੂਪ ਵਿੱਚ ਸ਼ਾਮਿਲ ਕਰਦੇ ਹਾਂ। ਠੀਕ ਹੈ, ਤਾਂ ਪ੍ਰਾਕਿਰਤਿਕ ਸੰਖਿਆਵਾਂ ਦੇ ਵਿੱਚ ਸਭ ਤੋਂ ਪਹਿਲਾਂ ਸਾਡੇ ਕੋਲ ਜਿਹੜੀ ਸੰਖਿਆ 1 ਤੋਂ ਸ਼ੁਰੂ ਹੁੰਦੀ ਸੀ, 1 2 3 4 5, ਇਹਦੇ ਵਿੱਚ ਆਪਾਂ 1 ਤੋਂ ਪਹਿਲਾਂ 0 ਨੂੰ ਸ਼ਾਮਿਲ ਕਰ ਲੈਂਦੇ ਹਾਂ, ਤਾਂ ਇਹ ਸਾਡੇ ਕੋਲ ਪੂਰਨ ਸੰਖਿਆਵਾਂ ਬਣ ਜਾਂਦੀਆਂ ਨੇ। ਠੀਕ ਹੈ, ਪ੍ਰਾਕਿਰਤਿਕ ਸੰਖਿਆਵਾਂ 0 ਦੇ ਨਾਲ ਮਿਲ ਕੇ ਪੂਰਨ ਸੰਖਿਆਵਾਂ ਦਾ ਸੰਗ੍ਰਹਿ ਬਣਾਉਂਦੀਆਂ ਹਨ। ਪ੍ਰਾਕਿਰਤਿਕ ਸੰਖਿਆਵਾਂ 0 ਨੂੰ ਜਦੋਂ ਆਪਣੇ ਨਾਲ ਰਲਾ ਲੈਂਦੀਆਂ ਨੇ ਤੇ ਹੁਣ ਇਹ ਜਿਹੜਾ ਸਾਰਾ ਸੰਗ੍ਰਹਿ ਹੈ ਉਹ ਪੂਰਨ ਸੰਖਿਆਵਾਂ ਭਾਵ ਹੋਲ ਨੰਬਰਸ ਦਾ ਬਣ ਜਾਂਦਾ ਹੈ। ਇਸ ਤੋਂ ਬਾਅਦ ਅਸੀਂ ਇਸ ਵਿਸ਼ੇ ਨਾਲ ਸੰਬੰਧਿਤ 2-3 ਸਵਾਲ ਜਿਹੜੇ ਉਹ ਦੇਖ ਲੈਂਦੇ ਹਾਂ। ਪਹਿਲਾ ਸਵਾਲ ਹੈ ਕਿ ਸਾਰੀਆਂ ਪ੍ਰਾਕਿਰਤਿਕ ਸੰਖਿਆਵਾਂ ਪੂਰਨ ਸੰਖਿਆਵਾਂ ਵੀ ਹਨ? ਹਾਂਜੀ ਬੱਚਿਓ, ਕੀ ਸਾਰੀਆਂ ਪ੍ਰਾਕਿਰਤਿਕ ਸੰਖਿਆਵਾਂ ਪੂਰਨ ਸੰਖਿਆਵਾਂ ਵੀ ਹਨ? ਇਹ ਨੇ ਸਾਡੇ ਕੋਲ ਪ੍ਰਾਕਿਰਤਿਕ ਸੰਖਿਆਵਾਂ, ਇਹ ਨੇ ਸਾਡੇ ਕੋਲ ਪੂਰਨ ਸੰਖਿਆਵਾਂ। ਤਾਂ ਆਪਾਂ ਦੇਖ ਸਕਦੇ ਹਾਂ ਕਿ ਪ੍ਰਾਕਿਰਤਿਕ ਸੰਖਿਆਵਾਂ 1 2 3 4 5 6 ਇਹ ਸਾਰੀਆਂ ਹੀ ਪੂਰਨ ਸੰਖਿਆਵਾਂ ਦੇ ਵਿੱਚ ਵੀ ਆਉਂਦੀਆਂ ਨੇ। ਤਾਂ ਆਪਾਂ ਕਹਿ ਸਕਦੇ ਹਾਂ ਕਿ ਪ੍ਰਾਕਿਰਤਿਕ ਸੰਖਿਆਵਾਂ ਜਿਹੜੀਆਂ ਨੇ ਉਹ ਸਾਰੀਆਂ ਪੂਰਨ ਸੰਖਿਆਵਾਂ ਵੀ ਹੁੰਦੀਆਂ ਨੇ। ਠੀਕ ਹੈ, ਜਿੱਦਾਂ ਅਸੀਂ ਪੰਜਾਬ ਦੇ ਵਿੱਚ ਰਹਿੰਦੇ ਹਾਂ, ਪਰ ਪੰਜਾਬ ਜਿਹੜਾ ਹੈ ਉਹ ਸਾਡੇ ਕੋਲ ਪੂਰੇ ਇੰਡੀਆ ਦਾ ਇੱਕ ਪਾਰਟ ਹੈ। ਤਾਂ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਜਿੰਨੇ ਵੀ ਅਸੀਂ ਪੰਜਾਬ ਦੇ ਵਿੱਚ ਰਹਿੰਦੇ ਹਾਂ, ਅਸੀਂ ਸਾਰੇ ਭਾਰਤੀ ਵੀ ਹਾਂ, ਅਸੀਂ ਭਾਰਤ ਦੇ ਵਾਸੀ ਵੀ ਹਾਂ। ਤਾਂ ਇਸੇ ਤਰ੍ਹਾਂ ਇਹ ਪ੍ਰਾਕਿਰਤਿਕ ਸੰਖਿਆਵਾਂ ਪੂਰਨ ਸੰਖਿਆਵਾਂ ਦੇ ਵਿੱਚ ਆਉਂਦੀਆਂ ਨੇ ਸਾਰੀਆਂ। ਤਾਂ ਸਾਰੀਆਂ ਹੀ ਪ੍ਰਾਕਿਰਤਿਕ ਸੰਖਿਆਵਾਂ ਸਾਡੇ ਕੋਲ ਪੂਰਨ ਸੰਖਿਆਵਾਂ ਹੁੰਦੀਆਂ ਨੇ। ਤਾਂ ਇਹ ਸਵਾਲ ਦਾ ਜਿਹੜਾ ਜਵਾਬ ਹੈ ਉਹ ਬਿਲਕੁਲ ਸਹੀ ਹੈ ਕਿ ਹਾਂ, ਸਾਰੀਆਂ ਪ੍ਰਾਕਿਰਤਿਕ ਸੰਖਿਆਵਾਂ ਪੂਰਨ ਸੰਖਿਆਵਾਂ ਵੀ ਹਨ। ਦੂਸਰਾ ਸਵਾਲ ਸਾਡੇ ਕੋਲ ਹੈ ਕਿ ਸਾਰੀਆਂ ਪੂਰਨ ਸੰਖਿਆਵਾਂ ਪ੍ਰਾਕਿਰਤਿਕ ਸੰਖਿਆਵਾਂ ਵੀ ਹਨ? ਤਾਂ ਆਪਾਂ ਦੇਖ ਲੈਂਦੇ ਹਾਂ, ਇਹ ਨੇ ਸਾਡੇ ਕੋਲ ਸਾਰੀਆਂ ਪੂਰਨ ਸੰਖਿਆਵਾਂ। ਤਾਂ ਇਹਦੇ ਵਿੱਚੋਂ ਜਿਹੜੀਆਂ 1 ਤੋਂ ਵੱਡੀਆਂ ਸੰਖਿਆਵਾਂ ਨੇ ਉਹ ਸਾਰੀਆਂ ਪ੍ਰਾਕਿਰਤਿਕ ਸੰਖਿਆਵਾਂ ਨੇ, ਪਰ ਜਿਹੜੀ 0 ਹੈ ਉਹ ਪ੍ਰਾਕਿਰਤਿਕ ਸੰਖਿਆ ਨਹੀਂ ਹੈ। ਤਾਂ ਆਪਾਂ ਕਹਿ ਸਕਦੇ ਹਾਂ ਕਿ ਸਾਰੀਆਂ ਪੂਰਨ ਸੰਖਿਆਵਾਂ ਪ੍ਰਾਕਿਰਤਿਕ ਸੰਖਿਆਵਾਂ ਨਹੀਂ ਹੁੰਦੀਆਂ। 0 ਨੂੰ ਛੱਡ ਕੇ ਬਾਕੀ ਸਾਰੀਆਂ ਪੂਰਨ ਸੰਖਿਆਵਾਂ ਉਹ ਪ੍ਰਾਕਿਰਤਿਕ ਸੰਖਿਆਵਾਂ ਹੁੰਦੀਆਂ ਨੇ, ਪਰ 0 ਪ੍ਰਾਕਿਰਤਿਕ ਸੰਖਿਆ ਨਹੀਂ ਹੁੰਦੀ। ਇਸ ਤੋਂ ਬਾਅਦ ਸਾਡਾ ਕੁਐਸਚਨ ਹੈ ਸਭ ਤੋਂ ਛੋਟੀ ਪੂਰਨ ਸੰਖਿਆ ਕਿਹੜੀ ਹੈ? ਤਾਂ ਆਪਾਂ ਦੇਖ ਸਕਦੇ ਹਾਂ ਕਿ ਪੂਰਨ ਸੰਖਿਆਵਾਂ ਦੇ ਵਿੱਚ ਸਭ ਤੋਂ ਛੋਟੀ ਪੂਰਨ ਸੰਖਿਆ ਜਿਸ ਦੇ ਖੱਬੇ ਪਾਸੇ ਹੋਰ ਸਾਡੇ ਕੋਲ ਇਸ ਤੋਂ ਛੋਟੀ ਕੋਈ ਵੀ ਸੰਖਿਆ ਨਹੀਂ ਹੈ, 0 ਸਭ ਤੋਂ ਛੋਟੀ ਪੂਰਨ ਸੰਖਿਆ ਹੈ। ਇਸ ਤੋਂ ਬਾਅਦ ਸਾਡੇ ਕੋਲ ਹੈ ਸਭ ਤੋਂ ਵੱਡੀ ਪੂਰਨ ਸੰਖਿਆ ਕਿਹੜੀ ਹੈ? ਤਾਂ ਆਪਾਂ ਦੇਖ ਸਕਦੇ ਹਾਂ ਕਿ ਪੂਰਨ ਸੰਖਿਆਵਾਂ ਨੂੰ ਲਿਖਦੇ ਹੋਏ ਅਸੀਂ ਸਭ ਤੋਂ ਛੋਟੀ 0 ਤੋਂ ਸ਼ੁਰੂ ਕਰਦੇ ਹਾਂ, 1 2 3 4। ਤਾਂ ਅੱਗੇ ਅਸੀਂ ਲਿਖਦੇ ਜਾਈਏ, ਜਿੰਨਾ ਵੀ ਲਿਖ ਲਈਏ ਅਸੀਂ ਸਭ ਤੋਂ ਵੱਡੀ ਪੂਰਨ ਸੰਖਿਆ ਕਦੇ ਵੀ ਨਹੀਂ ਲਿਖ ਸਕਦੇ। ਪ੍ਰਾਕਿਰਤਿਕ ਸੰਖਿਆਵਾਂ ਦੇ ਵਾਂਗ ਦੀ ਤਰ੍ਹਾਂ ਹੀ ਸਾਡੇ ਕੋਲ ਕੋਈ ਵੀ ਅਖੀਰਲੀ ਪੂਰਨ ਸੰਖਿਆ ਇਹੋ ਜਿਹੀ ਨਹੀਂ ਹੁੰਦੀ ਜਿਸ ਦਾ ਅੱਗੇ ਕੋਈ ਅਗੇਤਰ ਨਾ ਹੋਵੇ। ਠੀਕ ਹੈ, ਤਾਂ ਪ੍ਰਾਕਿਰਤਿਕ ਸੰਖਿਆਵਾਂ ਦੇ ਵਿੱਚ ਸਭ ਤੋਂ ਛੋਟੀ ਸੰਖਿਆ 1, ਪੂਰਨ ਸੰਖਿਆਵਾਂ ਦੇ ਵਿੱਚ ਸਭ ਤੋਂ ਛੋਟੀ ਸੰਖਿਆ 0, ਪਰ ਪ੍ਰਾਕਿਰਤਿਕ ਸੰਖਿਆਵਾਂ ਦੇ ਵਿੱਚ ਸਭ ਤੋਂ ਵੱਡੀ ਸੰਖਿਆ ਕੋਈ ਨਹੀਂ ਹੁੰਦੀ। ਪੂਰਨ ਸੰਖਿਆਵਾਂ ਦੇ ਵਿੱਚ ਵੀ ਅਖੀਰਲੀ ਸਭ ਤੋਂ ਵੱਡੀ ਪੂਰਨ ਸੰਖਿਆ ਕੋਈ ਨਹੀਂ ਹੁੰਦੀ। ਕਿਸੇ ਵੀ ਪੂਰਨ ਸੰਖਿਆ ਤੋਂ ਅਗਲੀ ਪੂਰਨ ਸੰਖਿਆ ਅਸੀਂ ਹਮੇਸ਼ਾ ਲਿਖ ਸਕਦੇ ਹੁੰਦੇ ਹਾਂ। ਹਾਂਜੀ ਵਿਦਿਆਰਥੀਓ, ਹੁਣ ਅਸੀਂ ਦੇਖਾਂਗੇ ਕਿ ਕਿਵੇਂ ਅਸੀਂ ਪੂਰਨ ਸੰਖਿਆਵਾਂ ਨੂੰ ਇੱਕ ਸੰਖਿਆ ਰੇਖਾ ਦੇ ਉੱਤੇ ਦਰਸਾ ਸਕਦੇ ਹਾਂ। ਸਭ ਤੋਂ ਪਹਿਲਾਂ ਇੱਕ ਰੇਖਾ ਖਿੱਚੋ, ਇਸ ਉੱਤੇ ਇੱਕ ਬਿੰਦੂ ਲਓ, ਇਸ ਬਿੰਦੂ ਨੂੰ 0 ਦਾ ਨਾਮ ਦਿਓ। 0 ਦੇ ਸੱਜੇ ਪਾਸੇ ਇੱਕ ਹੋਰ ਬਿੰਦੂ ਲਓ, ਉਸ ਨੂੰ 1 ਦਾ ਨਾਮ ਦਿਓ। 0 ਅਤੇ 1 ਬਿੰਦੂਆਂ ਦੇ ਵਿਚਲੀ ਦੂਰੀ ਨੂੰ ਇਕਾਈ ਦੂਰੀ ਕਹਿੰਦੇ ਹਨ। ਇਸੇ ਰੇਖਾ ਉੱਤੇ 1 ਦੇ ਸੱਜੇ ਪਾਸੇ
ਇੱਕ ਇਕਾਈ ਦੂਰੀ ਤੇ ਇੱਕ ਬਿੰਦੂ ਲਵੋ ਅਤੇ ਉਸ ਨੂੰ 2 ਦਾ ਨਾਮ ਦਿਓ। ਇਸ ਵਿਧੀ ਦੀ ਵਰਤੋਂ ਕਰਦੇ ਹੋਏ ਸੰਖਿਆ ਰੇਖਾ ਉੱਤੇ ਇੱਕ ਇਕਾਈ ਦੀ ਦੂਰੀ ਉੱਤੇ ਬਿੰਦੂਆਂ 3, 4, 5 ਨਾਲ ਨਾਮ ਦਿਓ। ਤੁਸੀਂ ਸੱਜੇ ਪਾਸੇ ਕਿਸੇ ਵੀ ਪੂਰਨ ਸੰਖਿਆ ਤੱਕ ਜਾ ਸਕਦੇ ਹੋ। ਇਸ ਤਰ੍ਹਾਂ ਇਹ ਰੇਖਾ ਪੂਰਨ ਸੰਖਿਆਵਾਂ ਦੇ ਲਈ ਸੰਖਿਆ ਰੇਖਾ ਹੈ। ਸੋ ਅਸੀਂ ਦੇਖਿਆ ਕਿ ਇਸ ਸੰਖਿਆ ਰੇਖਾ ਦੇ ਵਿੱਚ ਇਹ ਸਾਰੇ ਬਿੰਦੂ ਜਿਹੜੇ ਨੇ ਉਹ ਇੱਕ ਦੂਜੇ ਤੋਂ ਇੱਕ ਇਕਾਈ ਦੀ ਦੂਰੀ ਉੱਤੇ ਹਨ। ਤਾਂ ਅਸੀਂ ਕਹਿ ਸਕਦੇ ਹਾਂ 0 ਤੋਂ 1 ਦੀ ਜਿਹੜੀ ਦੂਰੀ ਹੈ ਉਹ ਸਾਡੇ ਕੋਲ ਇੱਕ ਇਕਾਈ ਹੈ। 0 ਤੋਂ 2 ਦੀ ਅਗਰ ਅਸੀਂ ਦੂਰੀ ਦੀ ਗੱਲ ਕਰੀਏ ਤਾਂ ਇਹ ਸਾਡੇ ਕੋਲ 2 ਇਕਾਈਆਂ ਹੈ। ਇਸੇ ਤਰ੍ਹਾਂ ਅਗਰ 1 ਤੋਂ 3 ਬਿੰਦੂ ਦੀ ਦੂਰੀ ਦੀ ਗੱਲ ਕਰੀਏ ਤਾਂ ਇਹ ਸਾਡੇ ਕੋਲ 2 ਇਕਾਈਆਂ ਹੈ। ਔਰ 1 ਤੋਂ 4 ਬਿੰਦੂ ਤੱਕ ਦੀ ਜਿਹੜੀ ਦੂਰੀ ਹੈ ਇਹ ਸਾਡੇ ਕੋਲ 3 ਇਕਾਈਆਂ ਬਣਦੀ ਹੈ। ਇਸ ਤੋਂ ਬਾਅਦ ਵਿਦਿਆਰਥੀਓ ਅਸੀਂ ਕਰਾਂਗੇ ਸੰਖਿਆ ਰੇਖਾ ਉੱਤੇ ਪੂਰਨ ਸੰਖਿਆਵਾਂ ਦਾ ਜੋੜ। ਪੂਰਨ ਸੰਖਿਆਵਾਂ ਦੇ ਜੋੜ ਨੂੰ ਸੰਖਿਆ ਰੇਖਾ ਉੱਪਰ ਦਰਸਾਇਆ ਜਾ ਸਕਦਾ ਹੈ। ਆਓ 3 ਅਤੇ 4 ਦੇ ਜੋੜ ਨੂੰ ਦੇਖੀਏ। ਵਿਦਿਆਰਥੀਓ ਜਦੋਂ ਅਸੀਂ ਸੰਖਿਆ ਰੇਖਾ ਦੇ ਉੱਤੇ ਪੂਰਨ ਸੰਖਿਆਵਾਂ 3 ਅਤੇ 4 ਨੂੰ ਜੋੜਾਂਗੇ ਤਾਂ ਉਹਦੇ ਲਈ ਅਸੀਂ ਕੀ ਕਰਨਾ ਹੈ? ਸਭ ਤੋਂ ਪਹਿਲਾਂ ਅਸੀਂ ਇਹ ਦੇਖਣਾ ਕਿ ਪਹਿਲੀ ਸੰਖਿਆ ਸਾਡੇ ਕੋਲ ਕਿਹੜੀ ਹੈ। ਪਹਿਲੀ ਸੰਖਿਆ ਸਾਡੇ ਕੋਲ ਹੈ 3, ਤਾਂ ਅਸੀਂ ਸੰਖਿਆ ਰੇਖਾ ਦੇ ਉੱਤੇ 3 ਦੇਖਾਂਗੇ ਕਿੱਥੇ ਹੈ। ਠੀਕ ਹੈ, ਇਹ ਸਾਡਾ ਸਟਾਰਟਿੰਗ ਪੁਆਇੰਟ ਹੋਏਗਾ, ਇੱਥੋਂ ਅਸੀਂ ਅੱਗੇ ਸ਼ੁਰੂ ਕਰਨਾ ਹੈ। ਠੀਕ ਹੈ, ਇਸ ਤੋਂ ਬਾਅਦ ਅਗਲੀ ਸੰਖਿਆ ਸਾਡੇ ਕੋਲ ਹੈ 4। 3 ਦੇ ਵਿੱਚ ਆਪਾਂ 4 ਨੂੰ ਜੋੜਨਾ ਹੈ। ਤਾਂ ਅਸੀਂ ਕੀ ਕਰਨਾ ਹੈ, ਜਦੋਂ ਜੋੜਨਾ ਹੈ ਤਾਂ ਅਸੀਂ 3 ਤੋਂ ਸੱਜੇ ਪਾਸੇ ਅਸੀਂ 1 ਕਦਮ, 2 ਕਦਮ, 3 ਕਦਮ ਇਸ ਤਰ੍ਹਾਂ ਕਦਮ ਗਿਣਾਂਗੇ ਤੇ ਅਸੀਂ ਕੁੱਲ ਕਿੰਨੇ ਕਦਮ ਜਾਣਾ ਹੈ? ਅਸੀਂ 4 ਕਦਮ ਜਾਣਾ ਹੈ। ਠੀਕ ਹੈ, ਤਾਂ 3 ਤੋਂ ਜਦੋਂ ਅਸੀਂ ਸ਼ੁਰੂ ਕਰਾਂਗੇ ਤਾਂ 3 ਤੋਂ ਸ਼ੁਰੂ ਹੋ ਕੇ ਸਭ ਤੋਂ ਪਹਿਲਾਂ ਆਪਾਂ 4 ਤੇ ਜਾਵਾਂਗੇ। ਠੀਕ ਹੈ, ਫਿਰ 4 ਤੋਂ 1 ਕਦਮ, ਦੂਜਾ ਕਦਮ 5 ਤੇ, 5 ਤੋਂ ਦੂਜਾ ਕਦਮ 6 ਤੇ, ਔਰ 6 ਤੋਂ ਅੱਗੇ ਜਿਹੜਾ ਕਦਮ ਹੈ ਉਹ ਸਾਡਾ ਜਾਏਗਾ 7 ਤੇ। ਤਾਂ ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਅਸੀਂ 1, 2, 3 ਅਤੇ 4 ਕਦਮ 3 ਤੋਂ ਸੰਖਿਆ 3 ਤੋਂ ਸੱਜੇ ਪਾਸੇ ਨੂੰ ਚੱਲ ਚੁੱਕੇ ਹਾਂ। ਤਾਂ ਆਖਰੀ ਜਿਹੜੀ ਸੰਖਿਆ ਹੈ ਚੌਥੇ ਕਦਮ ਤੋਂ ਬਾਅਦ ਜਿੱਥੇ ਸਾਡਾ ਤੀਰ ਦਾ ਨਿਸ਼ਾਨ ਜਿਹੜਾ ਉਹ ਪਹੁੰਚਦਾ ਹੈ ਉਹ ਹੀ ਸਾਡੇ ਕੋਲ ਉੱਤਰ ਹੈ। ਭਾਵ ਕਿ 3 ਤੇ 4 ਨੂੰ ਜੋੜਨ ਤੇ ਸਾਨੂੰ 7 ਪ੍ਰਾਪਤ ਹੁੰਦਾ ਹੈ। ਇਸੇ ਤਰ੍ਹਾਂ ਕੋਈ ਵੀ ਦੋ ਸੰਖਿਆਵਾਂ ਲੈ ਕੇ ਅਸੀਂ ਉਹਨਾਂ ਨੂੰ ਸੰਖਿਆ ਰੇਖਾ ਦੇ ਉੱਤੇ ਇਸੇ ਹੀ ਵਿਧੀ ਦੇ ਨਾਲ ਜੋੜ ਕੇ ਲੋੜੀਂਦਾ ਢੁਕਵਾਂ ਉੱਤਰ ਪ੍ਰਾਪਤ ਕਰ ਸਕਦੇ ਹਾਂ। ਸੋ ਇਸੇ ਨਾਲ ਸੰਬੰਧਿਤ ਹੁਣ ਤੁਹਾਡੇ ਲਈ ਕੁਝ ਘਰ ਦਾ ਕੰਮ ਹੈ, ਹੋਮਵਰਕ ਹੈ ਜਿਹੜਾ ਤੁਸੀਂ ਆਪਣੇ ਆਪ ਕਰਨਾ ਹੈ। ਸੰਖਿਆ ਰੇਖਾ ਵਰਤਦੇ ਹੋਏ 4 + 5, 2 + 6, 3 + 5 ਅਤੇ 1 + 6 ਨੂੰ ਹੱਲ ਕਰੋ। ਉਸ ਤੋਂ ਬਾਅਦ ਵਿਦਿਆਰਥੀਓ ਆਪਾਂ ਕਰਦੇ ਹਾਂ ਸੰਖਿਆ ਰੇਖਾ ਉੱਤੇ ਘਟਾਓ। ਸੰਖਿਆ ਰੇਖਾ ਉੱਤੇ ਪੂਰਨ ਸੰਖਿਆਵਾਂ ਦੀ ਘਟਾਓ। ਦੋ ਪੂਰਨ ਸੰਖਿਆਵਾਂ ਦੇ ਘਟਾਓ ਨੂੰ ਵੀ ਸੰਖਿਆ ਰੇਖਾ ਉੱਤੇ ਦਰਸਾਇਆ ਜਾ ਸਕਦਾ ਹੈ। ਆਓ 7 ਘਟਾਓ 5 ਪਤਾ ਕਰੀਏ। ਸੋ ਵਿਦਿਆਰਥੀਓ ਇਹ ਸਾਡੇ ਕੋਲ ਸੰਖਿਆ ਰੇਖਾ ਹੈ। ਸੰਖਿਆ ਰੇਖਾ ਦੇ ਉੱਤੇ 0 ਤੋਂ ਲੈ ਕੇ 8 ਤੱਕ ਕੁਝ ਨੰਬਰ ਜਿਹੜੇ ਹੈ ਸੰਖਿਆਵਾਂ ਉਹ ਅੰਕਿਤ ਕੀਤੀਆਂ ਗਈਆਂ ਹਨ ਔਰ ਇਸ ਸੰਖਿਆ ਰੇਖਾ ਦੀ ਮਦਦ ਦੇ ਨਾਲ ਅਸੀਂ 7 ਘਟਾਓ 5 ਕਰਨਾ ਹੈ, ਭਾਵ 7 ਦੇ ਵਿੱਚੋਂ 5 ਘਟਾਉਣਾ ਹੈ। ਤਾਂ ਉਹਦੇ ਲਈ ਬਿਲਕੁਲ ਉਸੇ ਢੰਗ ਦੇ ਨਾਲ ਜਿਵੇਂ ਅਸੀਂ ਜੋੜ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਕੀ ਕੀਤਾ ਸੀ ਕਿ ਪਹਿਲੀ ਸੰਖਿਆ ਨੂੰ ਅਸੀਂ ਦੇਖਿਆ ਸੀ ਕਿ ਸੰਖਿਆ ਰੇਖਾ ਦੇ ਉੱਤੇ ਕਿੱਥੇ ਸਥਿਤ ਹੈ। ਤਾਂ ਪਹਿਲੀ ਸੰਖਿਆ 7 ਹੈ। ਸੰਖਿਆ ਰੇਖਾ ਦੇ ਉੱਤੇ ਪਹਿਲੀ ਸੰਖਿਆ ਜਿਹੜੀ ਸਾਡੇ ਕੋਲ 7 ਇਹ ਅੰਕਿਤ ਕੀਤੀ ਗਈ ਹੈ ਔਰ ਇਹਦੇ ਵਿੱਚੋਂ ਅਸੀਂ 7 ਦੇ ਵਿੱਚੋਂ ਹੁਣ 5 ਨੂੰ ਘਟਾਉਣਾ ਹੈ। ਤਾਂ ਬੱਚਿਓ ਯਾਦ ਰੱਖਣਾ ਜਿਵੇਂ ਜੋੜ ਦੇ ਵੇਲੇ ਆਪਾਂ ਸ਼ੁਰੂਆਤ ਵਾਲੀ ਸੰਖਿਆ ਤੋਂ ਸੱਜੇ ਪਾਸੇ ਨੂੰ ਗਏ ਸੀ ਇੱਕ ਕਦਮ ਕਰਕੇ, ਇਸੇ ਤਰ੍ਹਾਂ ਘਟਾਓ ਵੇਲੇ ਆਪਾਂ ਪਹਿਲਾਂ ਜਿਹੜੀ ਦਿੱਤੀ ਸੰਖਿਆ ਹੈ ਉਸ ਤੋਂ ਸ਼ੁਰੂ ਕਰਕੇ ਖੱਬੇ ਪਾਸੇ ਨੂੰ ਜਾਣਾ ਹੈ। 7 ਤੋਂ ਅਸੀਂ ਸ਼ੁਰੂ ਕਰਾਂਗੇ ਔਰ ਖੱਬੇ ਪਾਸੇ ਨੂੰ ਉਨੇ ਹੀ ਕਦਮ ਜਾਵਾਂਗੇ ਜਿੰਨੀ ਕਿ ਅਸੀਂ ਸੰਖਿਆ ਇਹਦੇ ਵਿੱਚੋਂ ਘਟਾਉਣੀ ਹੈ। ਠੀਕ ਹੈ, ਤਾਂ ਅਸੀਂ 5 ਘਟਾਉਣੀ ਸੰਖਿਆ 5 ਨੂੰ 7 ਵਿੱਚੋਂ ਘਟਾਉਣਾ ਹੈ ਤਾਂ 7 ਤੋਂ ਸ਼ੁਰੂ ਕਰਕੇ ਖੱਬੇ ਪਾਸੇ ਨੂੰ 5 ਕਦਮ ਜਾਵਾਂਗੇ। ਠੀਕ ਹੈ, ਤਾਂ ਸਭ ਤੋਂ ਪਹਿਲਾਂ ਆਪਾਂ ਚੱਲਦੇ ਹਾਂ ਤੇ 6 ਦੇ ਉੱਤੇ ਆ ਜਾਂਦੇ ਹਾਂ। ਪਹਿਲਾ ਕਦਮ, ਇਸ ਤੋਂ ਬਾਅਦ ਦੂਜਾ ਕਦਮ, ਇਸ ਤੋਂ ਬਾਅਦ ਤੀਜਾ ਕਦਮ, ਇਸ ਤੋਂ ਬਾਅਦ ਚੌਥਾ ਕਦਮ ਤੇ ਇਸ ਤੋਂ ਬਾਅਦ ਪੰਜਵਾਂ ਕਦਮ। 1 2 3 4 5 ਇਹ ਕਦਮਾਂ ਦੀ ਗਿਣਤੀ ਲਿਖੀ ਹੈ। ਤਾਂ 5ਵੇਂ ਕਦਮ ਤੋਂ ਬਾਅਦ ਅਖੀਰ ਦੇ ਵਿੱਚ ਅਸੀਂ ਜਿੱਥੇ ਪਹੁੰਚਦੇ ਹਾਂ ਉਹ ਹੀ ਸੰਖਿਆ ਸਾਡੇ ਕੋਲ ਇਸ ਸਵਾਲ ਦਾ ਜਵਾਬ ਹੈ। ਭਾਵ ਕਿ 7 ਵਿੱਚੋਂ 5 ਘਟਾਉਣ ਤੇ ਸੰਖਿਆ ਰੇਖਾ ਦੇ ਨਾਲ ਅਸੀਂ ਚੈੱਕ ਕੀਤਾ ਕਿ ਸਾਡੇ ਕੋਲ ਜਿਹੜਾ ਉੱਤਰ ਹੈ ਉਹ ਸੰਖਿਆ 2 ਆਉਂਦਾ ਹੈ।
ਸੋ ਬੱਚਿਓ, ਇਸੇ ਵਿਧੀ ਨੂੰ ਅਪਣਾਉਂਦੇ ਹੋਏ ਸੰਖਿਆ ਰੇਖਾ ਵਰਤਦੇ ਹੋਏ 8 ਘਟਾਓ 3, 6 ਘਟਾਓ 2 ਅਤੇ 9 ਘਟਾਓ 6 ਪਤਾ ਕਰੋ। ਇਹ ਤੁਹਾਡਾ ਹੋਮਵਰਕ ਹੈ, ਇਹ ਤੁਸੀਂ ਆਪਣੇ ਆਪ ਬਾਅਦ ਦੇ ਵਿੱਚ ਕਰਨਾ ਹੈ। ਹੁਣ ਸੰਖਿਆ ਰੇਖਾ ਉੱਤੇ ਗੁਣਾ। ਅਸੀਂ ਹੁਣ ਸੰਖਿਆ ਰੇਖਾ ਉੱਤੇ ਪੂਰਨ ਸੰਖਿਆਵਾਂ ਦੀ ਗੁਣਾ ਦੇਖਦੇ ਹਾਂ। ਆਓ 4 ਗੁਣਾ 3 ਪਤਾ ਕਰੀਏ। ਵਿਦਿਆਰਥੀਓ, ਤੋਂ ਸੰਖਿਆ ਰੇਖਾ ਦੇ ਉੱਤੇ ਪੂਰਨ ਸੰਖਿਆਵਾਂ ਦੀ ਗੁਣਾ ਦੇ ਵਿੱਚ ਆਪਾਂ 4 ਨੂੰ 3 ਨਾਲ ਗੁਣਾ ਕਰਨ ਲੱਗੇ। ਅਸੀਂ 4 ਕਦਮ ਲੈਣੇ ਨੇ। ਜਿਹੜੀ ਪਹਿਲੀ ਸੰਖਿਆ ਹੈ 4 ਗੁਣਾ 3 ਹੈ, 4 ਕਦਮ ਲੈਣੇ ਨੇ ਔਰ ਹਰ ਇੱਕ ਕਦਮ ਦੀ ਜਿਹੜੀ ਸਾਡੇ ਕੋਲ ਦੂਰੀ ਹੈ, ਲੰਬਾਈ ਹੈ, ਉਹ 3 ਇਕਾਈਆਂ ਦੇ ਬਰਾਬਰ ਹੋਏਗੀ। ਭਾਵ ਕਿ 0 ਤੋਂ ਅਸੀਂ ਸ਼ੁਰੂ ਕਰਨਾ ਹੈ। 0 ਤੋਂ ਸ਼ੁਰੂ ਕਰਕੇ ਆਪਾਂ ਸੱਜੇ ਪਾਸੇ ਨੂੰ ਜਾਵਾਂਗੇ ਤੇ ਪਹਿਲਾ ਕਦਮ ਜਿਹੜਾ ਸਾਡਾ ਉਹ 0 ਤੋਂ 3 ਤੱਕ ਆਏਗਾ, 3 ਇਕਾਈਆਂ ਨੂੰ ਕਵਰ ਕਰਦਾ ਹੋਇਆ। ਠੀਕ ਹੈ, तो ਇਸੇ ਤਰ੍ਹਾਂ 3 ਇਕਾਈਆਂ ਦਾ ਇੱਕ ਸਾਡਾ ਕਦਮ ਹੋਏਗਾ ਤੇ ਕੁੱਲ ਕਦਮ ਆਪਾਂ 4 ਲੈਣੇ ਨੇ ਸੱਜੇ ਪਾਸੇ ਵੱਲ ਨੂੰ। ਠੀਕ ਹੈ, 0 ਤੋਂ 3। ਇਸ ਤੋਂ ਬਾਅਦ ਅਗਲਾ ਜਿਹੜਾ ਕਦਮ ਹੈ ਉਹ ਸਾਡਾ 6 ਤੇ ਜਾਏਗਾ। 6 ਤੋਂ ਬਾਅਦ ਅਗਲਾ ਕਦਮ ਸਾਡਾ 9 ਤੇ ਜਾਏਗਾ ਔਰ 9 ਤੋਂ ਬਾਅਦ ਅਗਲਾ ਕਦਮ ਸਾਡਾ 12 ਤੇ ਜਾਏਗਾ। ਠੀਕ ਹੈ, तो 4 ਕਦਮ ਲਏ ਨੇ ਔਰ ਚਾਰੋਂ ਕਦਮ ਜਿਹੜੇ ਨੇ ਉਹ ਸਾਡੇ ਕੋਲ 3-3 ਇਕਾਈਆਂ ਦੇ ਹਨ। तो ਇਸ ਤਰ੍ਹਾਂ ਸੰਖਿਆ ਸਾਨੂੰ 12 ਜਿਹੜੀ ਆਖਰੀ ਪ੍ਰਾਪਤ ਹੁੰਦੀ ਹੈ ਉਹ ਹੀ ਸਾਡੇ ਕੋਲ 4 ਤੇ 3 ਦਾ ਗੁਣਨਫਲ ਹੈ। ਠੀਕ ਹੈ ਵਿਦਿਆਰਥੀਓ, तो ਇਸੇ ਤਰ੍ਹਾਂ ਅਸੀਂ ਦੇਖਿਆ ਕਿ ਸੰਖਿਆ ਰੇਖਾ ਨੂੰ ਵਰਤ ਕੇ ਦੀ ਵਰਤੋਂ ਕਰਕੇ ਆਪਾਂ ਪੂਰਨ ਸੰਖਿਆਵਾਂ ਦਾ ਜੋੜ, ਘਟਾਓ ਅਤੇ ਗੁਣਾ ਵੀ ਕਰ ਸਕਦੇ ਹਾਂ। ਇਸ ਤੋਂ ਬਾਅਦ ਸੰਖਿਆ ਰੇਖਾ ਵਰਤਦੇ ਹੋਏ 2 ਗੁਣਾ 6, 3 ਗੁਣਾ 3 ਅਤੇ 4 ਗੁਣਾ 2 ਪਤਾ ਕਰੋ। ਠੀਕ ਹੈ ਵਿਦਿਆਰਥੀਓ, ਇਹ ਤੁਹਾਡਾ ਹੋਮਵਰਕ ਹੈ। ਪਹਿਲੇ ਸਵਾਲਾਂ ਦੀ ਤਰ੍ਹਾਂ ਇਹ ਤੁਸੀਂ ਗੁਣਾ ਸੰਖਿਆ ਰੇਖਾ ਦੇ ਉੱਤੇ ਕਰਕੇ ਆਪ ਦੇਖਣੀ ਹੈ। ਪਿਆਰੇ ਵਿਦਿਆਰਥੀਓ, ਇਸ ਤੋਂ ਬਾਅਦ ਅਸੀਂ ਅਭਿਆਸ 2.1 ਦੇ ਕੁਝ ਸਵਾਲ ਜਿਹੜੇ ਨੇ ਉਹ ਹੱਲ ਕਰਾਂਗੇ। ਠੀਕ ਹੈ, तो ਸਭ ਤੋਂ ਪਹਿਲਾਂ ਸਾਡੇ ਕੋਲ ਸਵਾਲ ਹੈ ਕਿ 10,999 ਦੇ ਬਾਅਦ ਅਗਲੀਆਂ 3 ਪ੍ਰਾਕਿਰਤਿਕ ਸੰਖਿਆਵਾਂ ਲਿਖੋ। ਭਾਵ ਕਿ 10,999 ਦਾ ਅਸੀਂ ਅਗੇਤਰ ਲਿਖਣਾ ਹੈ, ਫਿਰ ਜੋ ਸੰਖਿਆ ਸਾਡੇ ਕੋਲ ਉੱਤਰ ਆਏਗੀ ਉਹਦਾ ਫਿਰ ਅਗੇਤਰ ਲਿਖਣਾ ਹੈ ਔਰ ਫਿਰ ਇੱਕ ਵਾਰ ਉਹਦਾ ਅਗੇਤਰ ਲਿਖਣਾ ਹੈ। तो 3 ਅਗੇਤਰ ਅਸੀਂ ਇਹਦੇ 'ਚ ਲਿਖਣੇ ਨੇ। तो ਅਗਲੀਆਂ 3 ਪ੍ਰਾਕਿਰਤਿਕ ਸੰਖਿਆਵਾਂ ਪਤਾ ਕਰਨ ਲਈ ਆਪਾਂ ਕੀ ਕਰਾਂਗੇ? ਸਭ ਤੋਂ ਪਹਿਲਾਂ 10,999 ਦੇ ਵਿੱਚ ਆਪਾਂ 1 ਜੋੜਾਂਗੇ। ਅਸੀਂ ਜਦੋਂ 10,999 ਦੇ ਵਿੱਚ 1 ਜੋੜਾਂਗੇ ਤਾਂ ਇਹ ਸਾਡੇ ਕੋਲ 9 ਤੇ 1 ਕਿੰਨਾ ਹੋ ਜਾਏਗਾ? 10। 0 ਇੱਥੇ ਆ ਜਾਏਗਾ, 1 ਹਾਸਲ ਲਵਾਂਗੇ ਆਪਾਂ। तो 9 ਤੇ 1 ਫਿਰ 10, ਫਿਰ 1 ਹਾਸਲ ਆ ਜਾਏਗਾ। 9 ਤੇ 1 ਫਿਰ 10 ਆਣਗੇ, ਫਿਰ 1 ਹਾਸਲ ਆ ਜਾਏਗਾ। तो ਇਹ ਸਾਡੇ ਕੋਲ 1 ਤੇ 1 ਬਚੇਗਾ, ਭਾਵ ਕਿ 11,000। ਇਸੇ ਤਰ੍ਹਾਂ ਹੁਣ ਅਸੀਂ 11,000 ਦੇ ਵਿੱਚ ਫਿਰ ਦੁਬਾਰਾ 1 ਜੋੜ ਦਿਆਂਗੇ ਤਾਂ ਇਹ ਸਾਡੇ ਕੋਲ 11,001 ਬਣ ਜਾਏਗਾ। ਇੱਕ ਵਾਰ ਫਿਰ ਅਸੀਂ 11,001 ਦੇ ਵਿੱਚ 1 ਨੂੰ ਫਿਰ ਜੋੜਾਂਗੇ ਤਾਂ ਇਹ ਸਾਡੇ ਕੋਲ 2,0,0,1,1 ਬਣ ਜਾਏਗਾ, ਭਾਵ ਕਿ 11,002 ਬਣ ਜਾਏਗਾ। ਠੀਕ ਹੈ, तो ਇਸ ਤਰ੍ਹਾਂ 10,999 ਤੋਂ ਅਗਲੀਆਂ 3 ਪ੍ਰਾਕਿਰਤਿਕ ਸੰਖਿਆਵਾਂ 11,000, 11,001 ਅਤੇ 11,002 ਹਨ। ਇਹ ਅਸੀਂ ਆਪਣੀ ਕਾਪੀ ਦੇ ਵਿੱਚ, ਆਪਣੀ ਨੋਟਬੁੱਕ ਦੇ ਵਿੱਚ ਐਵੇਂ ਉਤਾਰ ਲਵਾਂਗੇ। ਠੀਕ, ਇਸ ਤੋਂ ਬਾਅਦ ਅਗਲਾ ਸਵਾਲ ਸਾਡੇ ਕੋਲ ਹੈ ਕਿ 10,001 ਤੋਂ ਠੀਕ ਪਹਿਲਾਂ ਆਉਣ ਵਾਲੀਆਂ 3 ਪੂਰਨ ਸੰਖਿਆਵਾਂ ਲਿਖੋ। तो 10,001 ਤੋਂ ਠੀਕ ਪਹਿਲਾਂ ਆਉਣ ਵਾਲੀਆਂ 3 ਪੂਰਨ ਸੰਖਿਆਵਾਂ ਪਤਾ ਕਰਨ ਦੇ ਲਈ ਅਸੀਂ ਕੀ ਕਰਾਂਗੇ? ਅਸੀਂ ਇਹਨਾਂ ਦੇ ਵਿੱਚੋਂ ਇੱਕ ਵਾਰ ਕਰਕੇ ਇੱਕ ਘਟਾਉਂਦੇ ਜਾਵਾਂਗੇ। तो ਸਭ ਤੋਂ ਪਹਿਲਾਂ ਇਹਦੇ ਵਿੱਚੋਂ 1 ਅਸੀਂ ਮਾਈਨਸ ਕਰਾਂਗੇ, ਘਟਾਵਾਂਗੇ ਤਾਂ ਇਹ ਸਾਡੇ ਕੋਲ 10,000 ਬਣ ਜਾਏਗਾ। ਫਿਰ ਅਸੀਂ 10,000 ਦੇ ਵਿੱਚੋਂ ਫਿਰ ਜਦੋਂ 1 ਘਟਾਵਾਂਗੇ ਤਾਂ ਇਹ ਸਾਡੇ ਕੋਲ ਇੱਥੇ 10 ਬਣ ਜਾਏਗਾ ਤੇ 9 ਆਏਗਾ ਤੇ 9 ਆਏਗਾ ਔਰ ਇੱਥੇ 9 ਆਏਗਾ ਘਟ ਕੇ। ਠੀਕ ਹੈ, तो 10 ਦੇ ਵਿੱਚੋਂ 1 ਘਟਾਇਆ, ਇਹ ਸਾਡੇ ਕੋਲ 9 ਬਚੇਗਾ, ਫਿਰ ਸਾਡੇ ਕੋਲ 9 ਆ ਜਾਏਗਾ, 9 ਆ ਜਾਏਗਾ, 9। ਠੀਕ ਹੈ, तो ਇਸ ਤਰ੍ਹਾਂ 10,001 ਦੇ ਵਿੱਚੋਂ 1 ਘਟਾਉਣ ਤੇ ਸਾਨੂੰ 10,000 ਪ੍ਰਾਪਤ ਹੋਇਆ ਔਰ 10,000 ਦੇ ਵਿੱਚੋਂ 1 ਘਟਾਉਣ ਤੇ 9,999 ਪ੍ਰਾਪਤ ਹੁੰਦਾ ਹੈ। ਇਸ ਤੋਂ ਬਾਅਦ 9,999 ਦੇ ਵਿੱਚੋਂ ਇੱਕ ਵਾਰ ਅਸੀਂ ਫਿਰ ਮਾਈਨਸ 1 ਕਰਾਂਗੇ, 1 ਨੂੰ ਘਟਾਵਾਂਗੇ ਤਾਂ ਇਹ ਸਾਡੇ ਕੋਲ 9 ਦੇ ਵਿੱਚੋਂ 1 ਘਟਾਇਆ 8 ਆ ਜਾਏਗਾ। 9 9 ਤੇ 9 9,998 ਬਣੇਗਾ। ਠੀਕ ਹੈ, तो ਇਸ ਤਰ੍ਹਾਂ 10,001 ਤੋਂ ਪਹਿਲਾਂ ਆਉਣ ਵਾਲੀਆਂ 3 ਪੂਰਨ ਸੰਖਿਆਵਾਂ 10,000, 9,999 ਅਤੇ 9,998 ਹਨ। ਇਸ ਤਰ੍ਹਾਂ ਇਸ ਨੂੰ ਅਸੀਂ ਕਾਪੀ ਤੇ ਆਪਣੀ ਨੋਟਬੁੱਕ ਤੇ ਨੋਟ ਕਰ ਲਵਾਂਗੇ।
सो विद्यार्थियों अगला सवाल है सब तो छोटी पूर्ण संख्या किहड़ी है। तो आप इसी वीडियो के पहला इसका जिक्र जिहड़ा वो कर रहे हैं कि सब तो छोटी पूर्ण संख्या साडे कोल 0 है, भाव के 0 है। ठीक है, तो इस तो बाद चौथा क्वेश्चन साडे कोल है कि 32 ਅਤੇ 53 ਦੇ ਵਿਚਕਾਰ ਕਿੰਨੀਆਂ पूर्ण संख्यावां ਹਨ। ਸੋ ਅਸੀਂ ਲਿਖਾਂਗੇ 32 ਅਤੇ 53 ਦੇ ਵਿਚਕਾਰ ਪੂਰਨ ਸੰਖਿਆਵਾਂ ਦੀ ਗਿਣਤੀ। ਇਹਦੇ ਲਈ ਤੁਸੀਂ ਯਾਦ ਰੱਖਣਾ ਹੈ ਜਦੋਂ ਵੀ ਅਸੀਂ ਦੋ ਪੂਰਨ ਸੰਖਿਆਵਾਂ ਦੇ ਵਿਚਕਾਰ ਪੂਰਨ ਸੰਖਿਆਵਾਂ ਦੀ ਗਿਣਤੀ ਪਤਾ ਕਰਨੀ ਹੈ ਤਾਂ ਅਸੀਂ ਵੱਡੀ ਸੰਖਿਆ ਦੇ ਵਿੱਚੋਂ ਛੋਟੀ ਸੰਖਿਆ ਮਾਈਨਸ ਕਰਾਂਗੇ, ਪਰ ਇਹਦੇ ਨਾਲ ਨਾਲ ਇੱਕ ਹੋਰ ਮਾਈਨਸ ਕਰਾਂਗੇ। ਠੀਕ ਹੈ, मतलब कि 53 घटाओ 32 घटाओ 1। ठीक है, तो पहले 53 ਦੇ ਵਿੱਚੋਂ 32 ਅਸੀਂ ਘਟਾਵਾਂਗੇ ਤਾਂ ਇਹ ਸਾਡੇ ਕੋਲ 21 ਆ ਜਾਏਗਾ। 21 ਦੇ ਵਿੱਚੋਂ 1 ਅਸੀਂ ਹੋਰ ਘਟਾਵਾਂਗੇ ਤਾਂ ਇਹ ਸਾਡੇ ਕੋਲ 20 ਆਏਗਾ। ਠੀਕ ਹੈ, तो इस तरह 32 ਅਤੇ 53 ਦੇ ਵਿਚਕਾਰ ਸਾਡੇ ਕੋਲ ਪੂਰਨ ਸੰਖਿਆਵਾਂ ਦੀ ਗਿਣਤੀ 20 ਹੈ। इस तरह ਅਸੀਂ ਧਿਆਨ ਰੱਖਣਾ ਹੈ ਕਿ ਕੋਈ ਵੀ ਦੋ ਪੂਰਨ ਸੰਖਿਆਵਾਂ ਸਾਨੂੰ ਦਿੱਤੀਆਂ ਹੋਣ ਉਹਨਾਂ ਦੇ ਵਿਚਕਾਰ ਦੀਆਂ ਪੂਰਨ ਸੰਖਿਆਵਾਂ ਦੀ ਅਸੀਂ ਗਿਣਤੀ ਅਗਰ ਪਤਾ ਕਰਨੀ ਹੋਵੇ ਤਾਂ ਵੱਡੀ ਸੰਖਿਆ ਦੇ ਵਿੱਚੋਂ ਛੋਟੀ ਸੰਖਿਆ ਨੂੰ ਘਟਾ ਕੇ ਜੋ ਸਾਡੇ ਕੋਲ ਉੱਤਰ ਆਏਗਾ ਉਹਦੇ ਵਿੱਚੋਂ ਅਸੀਂ ਇੱਕ ਹੋਰ ਮਾਈਨਸ ਕਰਨਾ ਹੈ, ਫਿਰ ਸਾਡੇ ਕੋਲ ਉਸ ਸਵਾਲ ਦਾ ਸਹੀ ਜਿਹੜਾ ਉੱਤਰ ਉਹ ਮਿਲ ਪਾਏਗਾ। ਠੀਕ ਹੈ ਵਿਦਿਆਰਥੀਓ, ਇਸ ਤੋਂ ਬਾਅਦ ਸਾਡੇ ਕੋਲ ਪੰਜਵਾਂ ਤੇ ਛੇਵਾਂ ਸਵਾਲ ਜਿਹੜਾ ਤੁਸੀਂ ਉਹ ਸਕਰੀਨ ਤੇ ਦੇਖ ਸਕਦੇ ਹੋ। ਪੰਜਵਾਂ ਸਵਾਲ ਸਾਡੇ ਕੋਲ ਹੈ कि हेठां लिखियां दे अगेतर लिखो, तो छेवां सवाल है हेठां लिखियां दे पिछेतर लिखो। तो ये अगेतर ते पिछेतर किवें पता करने ने ये असीं इसे लैसन दे शुरुआत दे विच उहदे बारे आपां गल करके आए हैं कि जेकर असीं किसी भी संख्या दा किसी भी पूर्ण संख्या दा अगेतर पता करना है तो आपां उहदे विच एक नूं जोड़ देंगे, और जेकर किसी संख्या दा पिछेतर पता करना है तो उहदे विचों असीं एक नूं घटा देंगे। ठीक है, तो ये पंजवें दे ते छेवें दे जिहड़े पार्ट्स ने सारे ये तुसी अपने आप प्रैक्टिस करनी है। इन्हां दी बहुत ईजी क्वेश्चन ने, बहुत आसानी दे नाल तुसी इन्हां नूं कर सकते हैं। इन्हां तो बाद सतवां सवाल साडे कोल है कि संख्या दे हेठां लिखे जोड़ियां विचों हरेक दे लई संख्या रेखा उत्ते किहड़ी पूर्ण संख्या दूसरी संख्या दे खब्बे पासे स्थित है। इन्हां दे विचकार ढुकवें चिन्ह ਦਾ ਪ੍ਰਯੋਗ ਕਰਦੇ ਹੋਏ ਲਿਖੋ। ਵਿਦਿਆਰਥੀਓ ਇੱਥੇ ਆਪਾਂ ਇੱਕ ਗੱਲ ਯਾਦ ਰੱਖਣੀ ਹੈ ਕਿ ਸੰਖਿਆ ਰੇਖਾ ਦੇ ਉੱਤੇ ਜਿਹੜੀ ਛੋਟੀ ਸੰਖਿਆ ਹੈ ਉਹ ਹਮੇਸ਼ਾ ਵੱਡੀ ਸੰਖਿਆ ਦੇ ਖੱਬੇ ਪਾਸੇ ਸਥਿਤ ਹੁੰਦੀ ਹੈ। ਸੰਖਿਆ ਰੇਖਾ ਦੇ ਉੱਤੇ ਜਦੋਂ ਵੀ ਅਸੀਂ ਸੰਖਿਆਵਾਂ ਦੇਖਦੇ ਹਾਂ ਤਾਂ ਉਹਦੇ ਵਿੱਚ ਹਮੇਸ਼ਾ ਸੱਜੇ ਪਾਸੇ ਨੂੰ ਸੰਖਿਆਵਾਂ ਜਿਹੜੀਆਂ ਉਹ ਵੱਡੀਆਂ ਹੁੰਦੀਆਂ ਜਾਂਦੀਆਂ ਨੇ, ਭਾਵ ਕਿ ਸੱਜੇ ਪਾਸੇ ਦੀ ਸੰਖਿਆ ਖੱਬੇ ਪਾਸੇ ਦੀ ਸੰਖਿਆ ਤੋਂ ਹਮੇਸ਼ਾ ਵੱਡੀ ਹੁੰਦੀ ਹੈ ਔਰ ਖੱਬੇ ਪਾਸੇ ਦੀ ਸੰਖਿਆ ਹਮੇਸ਼ਾ ਸੱਜੇ ਪਾਸੇ ਦੀ ਸੰਖਿਆ ਤੋਂ ਛੋਟੀ ਹੁੰਦੀ ਹੈ। ਤਾਂ ਉਹਦੇ ਵਿੱਚ ਜਿਹੜਾ ਪਹਿਲਾ ਸਵਾਲ ਹੈ ਸਾਡੇ ਕੋਲ ਇਹ ਪਾਠ ਸੰਖਿਆ 530 ਅਤੇ 503 ਇਹਨਾਂ ਦੋਨਾਂ ਦੇ ਵਿੱਚ ਸਾਨੂੰ ਪਤਾ ਹੈ ਕਿ ਜਿਹੜੀ ਸੰਖਿਆ 503 ਹੈ ਉਹ 530 ਦੇ ਨਾਲੋਂ ਛੋਟੀ ਹੈ। ਸੋ ਅਸੀਂ ਲਿਖਾਂਗੇ ਸੰਖਿਆ 503 ਸੰਖਿਆ 530 ਦੇ ਖੱਬੇ ਪਾਸੇ ਸਥਿਤ ਹੈ ਔਰ 530 ਵੱਡਾ ਹੈ 503 ਦੇ ਨਾਲੋਂ। ਠੀਕ ਹੈ, ਇਸੇ ਤਰ੍ਹਾਂ ਦੂਸਰਾ ਸਵਾਲ ਉਹਦੇ ਵਿੱਚ ਸਾਡੇ ਕੋਲ ਸੰਖਿਆਵਾਂ ਜਿਹੜੀਆਂ ਦਿੱਤੀਆਂ ਨੇ 370 ਤੇ 307 ਦਿੱਤੀਆਂ ਨੇ। ਇਹਦੇ ਵਿੱਚ 307 ਜਿਹੜੀ ਸੰਖਿਆ ਹੈ ਉਹ 370 ਤੋਂ ਛੋਟੀ ਹੈ, ਭਾਵ ਕਿ ਸੰਖਿਆ 307 ਸੰਖਿਆ 370 ਦੇ ਖੱਬੇ ਪਾਸੇ ਸਥਿਤ ਹੈ ਤੇ ਸਥਿਤ ਹੋਵੇਗੀ। ਠੀਕ ਹੈ, ਤਾਂ 370 ਜਿਹੜਾ ਹੈ ਉਹ ਸਾਡੇ ਕੋਲ ਸੰਖਿਆ 307 ਤੋਂ ਵੱਡੀ ਹੈ। ਇਸੇ ਢੰਗ ਦੇ ਨਾਲ ਤੁਸੀਂ ਇਹਦਾ ਸੀ ਪਾਰਟ ਉਹ ਵੀ ਕਰ ਸਕਦੇ ਹੋ। ਉਹਦੇ ਵਿੱਚ ਸਾਨੂੰ ਪਤਾ ਹੈ ਕਿ ਜਿਹੜੀ 98000 ਵਾਲੀ ਸੰਖਿਆ ਹੈ ਉਹ ਪੱਕੀ ਗੱਲ ਹੈ ਕਿ 56000 ਵਾਲੀ ਸੰਖਿਆ ਤੋਂ ਵੱਡੀ ਹੋਏਗੀ ਤੇ 56799 ਵਾਲੀ ਸੰਖਿਆ ਜਿਹੜੀ ਹੈ ਉਹ ਸੰਖਿਆ 98765 ਦੇ ਖੱਬੇ ਪਾਸੇ ਸਥਿਤ ਹੈ। ਠੀਕ, ਇਸੇ ਤਰ੍ਹਾਂ ਡੀ ਪਾਰਟ ਜਿਹੜਾ ਇਹ ਤੁਸੀਂ ਆਪਣੇ ਆਪ ਕਰਨਾ ਹੈ, ਇਹਨੂੰ ਆਪਣੇ ਆਪ ਹੀ ਤੁਸੀਂ ਕਾਪੀ ਦੇ ਉੱਤੇ ਨੋਟਬੁੱਕ ਦੇ ਉੱਤੇ ਨੋਟ ਕਰ ਲੈਣਾ ਹੈ ਇਹਦਾ ਆਨਸਰ। ਸੋ ਪਿਆਰੇ ਵਿਦਿਆਰਥੀਓ, ਇਸ ਤੋਂ ਬਾਅਦ ਸਾਡੇ ਕੋਲ ਅਭਿਆਸ 2.1 ਦਾ ਜਿਹੜਾ ਆਖਰੀ ਕੁਐਸਚਨ ਹੈ ਹੇਠਾਂ ਲਿਖੇ ਕਥਨਾਂ ਵਿੱਚ ਕਿਹੜੇ ਕਥਨ ਸੱਚ ਹਨ ਅਤੇ ਕਿਹੜੇ ਝੂਠ ਹਨ। ਠੀਕ ਹੈ, ਇਹਦੇ ਵਿੱਚ ਸਾਨੂੰ ਕੁਝ ਸਟੇਟਮੈਂਟਸ ਜਿਹੜੀਆਂ ਦਿੱਤੀਆਂ ਨੇ, ਕੁਝ ਕਥਨ ਸਾਨੂੰ ਦਿੱਤੇ ਗਏ ਨੇ, ਉਹਨਾਂ ਦੇ ਵਿੱਚੋਂ ਅਸੀਂ ਦੱਸਣਾ ਹੈ ਕਿ ਇਹ ਲਿਖਿਆ ਹੋਇਆ ਕਥਨ ਸਾਡੇ ਕੋਲ ਸੱਚ ਹੈ ਜਾਂ ਝੂਠ ਹੈ। ਤਾਂ ਸਭ ਤੋਂ ਪਹਿਲਾਂ ਸਾਡੇ ਕੋਲ ਕਥਨ ਤੁਸੀਂ ਦੇਖ ਸਕਦੇ ਹੋ ਕਿ 0 ਸਭ ਤੋਂ ਛੋਟੀ ਪ੍ਰਾਕਿਰਤਿਕ ਸੰਖਿਆ ਹੈ। ਤੇ ਸਾਨੂੰ ਪਤਾ ਹੈ ਕਿ 0 ਜਿਹੜੀ ਉਹ ਪ੍ਰਾਕਿਰਤਿਕ ਸੰਖਿਆ ਹੀ ਨਹੀਂ ਹੁੰਦੀ। ਸਭ ਤੋਂ ਛੋਟੀ ਪ੍ਰਾਕਿਰਤਿਕ ਸੰਖਿਆ ਸਾਡੇ ਕੋਲ ਕਿਹੜੀ ਹੁੰਦੀ ਹੈ?
ਬਿਲਕੁਲ ਠੀਕ। ਸਭ ਤੋਂ ਛੋਟੀ ਪ੍ਰਾਕਿਰਤਿਕ ਸੰਖਿਆ ਸਾਡੇ ਕੋਲ 1 ਹੁੰਦੀ ਹੈ। 0 ਸਭ ਤੋਂ ਛੋਟੀ ਪ੍ਰਾਕਿਰਤਿਕ ਸੰਖਿਆ ਨਹੀਂ ਹੈ। ਇੱਥੋਂ ਤੱਕ ਕਿ 0 ਪ੍ਰਾਕਿਰਤਿਕ ਸੰਖਿਆ ਹੀ ਨਹੀਂ ਹੈ। ਸੋ ਇਸ ਇਹ ਕਥਨ ਦਾ ਜਿਹੜਾ ਸਾਡੇ ਕੋਲ ਆਨਸਰ ਹੈ ਉਹ ਸਾਡੇ ਕੋਲ ਝੂਠ ਆਏਗਾ। ਠੀਕ ਹੈ, ਇਹ ਕਥਨ ਝੂਠ ਹੈ। ਬੀ ਪਾਰਟ ਸਾਡੇ ਕੋਲ ਹੈ 400 ਸੰਖਿਆ 399 ਦੀ ਪਿਛੇਤਰ ਸੰਖਿਆ ਹੈ। ਤੋ ਜਿਹੜਾ 400 ਹੈ ਉਹ ਸਾਡੇ ਕੋਲ 399 ਤੋਂ ਵੱਡਾ ਹੈ। 399 ਦੇ ਵਿੱਚ ਜੇਕਰ ਅਸੀਂ 1 ਜੋੜਦੇ ਹਾਂ ਤਾਂ ਸਾਡੇ ਕੋਲ 400 ਪ੍ਰਾਪਤ ਹੁੰਦਾ ਹੈ। ਭਾਵ ਕਿ 400 399 ਦੀ ਪਿਛੇਤਰ ਨਹੀਂ ਅਗੇਤਰ ਸੰਖਿਆ ਹੈ। ਤੋ ਇਹ ਕਥਨ ਵੀ ਸਾਡੇ ਕੋਲ ਝੂਠ ਹੈ। ਇਸ ਤੋਂ ਬਾਅਦ ਸੀ ਕਥਨ ਸਾਡੇ ਕੋਲ ਹੈ 0 ਸਭ ਤੋਂ ਛੋਟੀ ਪੂਰਨ ਸੰਖਿਆ ਹੈ। 0 ਸਭ ਤੋਂ ਛੋਟੀ ਪੂਰਨ ਸੰਖਿਆ ਹੈ। तो की ਇਹਦਾ ਆਨਸਰ ਸੱਚ ਆਏਗਾ ਕਿ ਝੂਠ ਆਏਗਾ? ਬਿਲਕੁਲ ਸਹੀ, ਇਹਦਾ ਆਨਸਰ ਸੱਚ ਆਏਗਾ। ਇਹਦਾ ਉੱਤਰ ਸੱਚ ਹੋਏਗਾ ਕਿਉਂਕਿ 0 ਹੀ ਸਭ ਤੋਂ ਛੋਟੀ ਪੂਰਨ ਸੰਖਿਆ ਹੁੰਦੀ ਹੈ। ਇਸ ਤੋਂ ਬਾਅਦ ਡੀ ਸਾਡੇ ਕੋਲ ਹੈ 600 ਸੰਖਿਆ 599 ਦੀ ਅਗੇਤਰ ਸੰਖਿਆ ਹੈ। ਹਾਂਜੀ ਪਿਆਰੇ ਬੱਚਿਓ, ਇਹਦਾ ਕੀ ਉੱਤਰ ਹੋਏਗਾ? ਸੱਚ ਹੈ ਜਾਂ ਝੂਠ ਹੈ? ਬਿਲਕੁਲ ਠੀਕ, ਇਹ ਸੱਚ ਹੈ। 600 ਹੀ ਸੰਖਿਆ 599 ਦੀ ਅਗੇਤਰ ਸੰਖਿਆ ਹੁੰਦੀ ਹੈ। ਇਹ ਪਾਰਟ ਸਾਡੇ ਕੋਲ ਹੈ ਸਾਰੀਆਂ ਪ੍ਰਾਕਿਰਤਿਕ ਸੰਖਿਆਵਾਂ ਪੂਰਨ ਸੰਖਿਆਵਾਂ ਹਨ। ਇਹਦੇ ਬਾਰੇ ਚਰਚਾ ਅਸੀਂ ਅੱਜ ਦੇ ਹੀ ਲੈਸਨ ਵਿੱਚ ਪਹਿਲਾਂ ਕਰਕੇ ਆਏ ਹਾਂ ਕਿ ਸਾਰੀਆਂ ਪ੍ਰਾਕਿਰਤਿਕ ਸੰਖਿਆਵਾਂ ਪੂਰਨ ਸੰਖਿਆਵਾਂ ਹੀ ਹੁੰਦੀਆਂ ਹਨ। ਸੋ ਇਹ ਕਥਨ ਸਾਡੇ ਕੋਲ ਕੀ ਹੈ? ਬਿਲਕੁਲ ਠੀਕ, ਸੱਚ ਹੈ। ਇਸ ਤੋਂ ਬਾਅਦ ਕਥਨ ਹੈ ਸਾਰੀਆਂ ਪੂਰਨ ਸੰਖਿਆਵਾਂ ਪ੍ਰਾਕਿਰਤਿਕ ਸੰਖਿਆਵਾਂ ਹਨ। ਇਹਦੇ ਬਾਰੇ ਵੀ ਆਪਾਂ ਚਰਚਾ ਕੀਤੀ ਸੀ ਸ਼ੁਰੂ ਦੇ ਵਿੱਚ ਹੀ ਕਿ ਸਾਰੀਆਂ ਪੂਰਨ ਸੰਖਿਆਵਾਂ ਪ੍ਰਾਕਿਰਤਿਕ ਸੰਖਿਆਵਾਂ ਨਹੀਂ ਹੁੰਦੀਆਂ ਕਿਉਂਕਿ ਪੂਰਨ ਸੰਖਿਆਵਾਂ ਦੇ ਵਿੱਚ ਸਾਡੇ ਕੋਲ 0 ਵੀ ਹੁੰਦੀ ਹੈ ਜੋ ਕਿ ਪ੍ਰਾਕਿਰਤਿਕ ਸੰਖਿਆ ਨਹੀਂ ਹੁੰਦੀ। ਸੋ ਇਹ ਕਥਨ ਝੂਠ ਹੈ। ਇਸ ਤੋਂ ਬਾਅਦ ਜੀ ਜਿਹੜਾ ਕਥਨ ਹੈ ਸਾਡੇ ਕੋਲ 2 ਅੰਕਾਂ ਦੀ ਪੂਰਨ ਸੰਖਿਆਵਾਂ ਦਾ ਪਿਛੇਤਰ 1 ਅੰਕ ਦੀ ਸੰਖਿਆ ਕਦੇ ਨਹੀਂ ਹੋ ਸਕਦਾ। 2 ਅੰਕਾਂ ਦੀ ਪੂਰਨ ਸੰਖਿਆ ਦਾ ਪਿਛੇਤਰ 1 ਅੰਕ ਦੀ ਸੰਖਿਆ ਹੋ ਸਕਦਾ ਹੈ। ਕਿਉਂ ਹੋ ਸਕਦਾ ਹੈ ਬੱਚੋ? ਕਿਹੜੀ 2 ਅੰਕਾਂ ਦੀ ਸੰਖਿਆ ਹੈ ਜਿਹਦੇ ਵਿੱਚੋਂ ਅਗਰ ਅਸੀਂ 1 ਮਾਈਨਸ ਕਰਾਂਗੇ ਤਾਂ ਸਾਡੇ ਕੋਲ 1 ਅੰਕ ਦੀ ਸੰਖਿਆ ਮਿਲੇਗੀ? ਬਿਲਕੁਲ ਸਹੀ, 10। 10 ਸਾਡੇ ਕੋਲ ਜਿਹੜਾ ਇਹੋ ਜਿਹਾ ਨੰਬਰ ਹੈ, ਇਹੋ ਜਿਹੀ ਪੂਰਨ ਸੰਖਿਆ ਹੈ। ਅਗਰ ਅਸੀਂ ਇਹਦਾ ਪਿਛੇਤਰ ਦੇਖਦੇ ਹਾਂ ਤਾਂ ਉਹ ਸਾਡੇ ਕੋਲ 9 ਬਣਦਾ ਹੈ। 10 ਘਟਾਓ 1 ਬਰਾਬਰ 9 ਤੇ 9 1 ਅੰਕ ਦੀ ਸੰਖਿਆ ਹੈ। ਸੋ ਇਹ ਕਥਨ ਸਾਡੇ ਕੋਲ ਸਹੀ ਨਹੀਂ ਹੈ, ਇਹ ਝੂਠ ਹੈ। 1 ਸਭ ਤੋਂ ਛੋਟੀ ਪੂਰਨ ਸੰਖਿਆ ਹੈ, ਇਹ ਵੀ ਝੂਠ ਹੈ ਕਿਉਂਕਿ ਸਾਡੇ ਕੋਲ 1 ਨਹੀਂ 0 ਸਭ ਤੋਂ ਛੋਟੀ ਪੂਰਨ ਸੰਖਿਆ ਹੁੰਦੀ ਹੈ। ਅਗਲਾ ਕਥਨ ਵਿਦਿਆਰਥੀਓ ਹੈ ਪ੍ਰਾਕਿਰਤਿਕ ਸੰਖਿਆ 1 ਦਾ ਕੋਈ ਪਿਛੇਤਰ ਨਹੀਂ ਹੁੰਦਾ। ਹਾਂਜੀ ਤੁਸੀਂ ਦੱਸੋਗੇ 1 ਦਾ ਕੋਈ ਪਿਛੇਤਰ ਹੁੰਦਾ ਹੈ ਪ੍ਰਾਕਿਰਤਿਕ ਸੰਖਿਆ ਦੇ ਵਿੱਚ? ਬਿਲਕੁਲ ਸਹੀ, ਨਹੀਂ, 1 ਦਾ ਕੋਈ ਪਿਛੇਤਰ ਨਹੀਂ ਹੁੰਦਾ। ਸੋ ਪ੍ਰਾਕਿਰਤਿਕ ਸੰਖਿਆਵਾਂ ਦੇ ਵਿੱਚ 1 ਹੀ ਸਭ ਤੋਂ ਛੋਟੀ ਸੰਖਿਆ ਹੁੰਦੀ ਹੈ ਤੇ ਇਹ ਕਥਨ ਬਿਲਕੁਲ ਸਹੀ ਹੈ। ਅਗਲਾ ਕਥਨ ਹੈ ਪੂਰਨ ਸੰਖਿਆ 1 ਦਾ ਕੋਈ ਪਿਛੇਤਰ ਨਹੀਂ ਹੁੰਦਾ। ਇਹ ਕਥਨ ਸਾਡੇ ਕੋਲ ਬਿਲਕੁਲ ਝੂਠ ਹੈ। ਕਿਉਂ? ਕਿਉਂਕਿ 1 ਦਾ ਪਿਛੇਤਰ 0 ਹੁੰਦਾ ਹੈ, 1 ਦਾ ਪਿਛੇਤਰ 0 ਹੁੰਦਾ ਹੈ ਜੋ ਕਿ ਇੱਕ ਪੂਰਨ ਸੰਖਿਆ ਹੀ ਹੈ। ਅਗਲਾ ਕਥਨ ਵਿਦਿਆਰਥੀਓ ਹੈ ਪੂਰਨ ਸੰਖਿਆ 13 ਸੰਖਿਆਵਾਂ 11 ਅਤੇ 12 ਦੇ ਵਿਚਕਾਰ ਸਥਿਤ ਹੈ। ਕੀ ਇਹ ਕਥਨ ਸਹੀ ਹੈ? ਬਿਲਕੁਲ ਨਹੀਂ, ਇਹ ਕਥਨ ਗਲਤ ਹੈ ਕਿਉਂਕਿ 13 ਜਿਹੜਾ ਹੈ ਉਹ 11 ਅਤੇ 12 ਦੋਨਾਂ ਤੋਂ ਵੱਡਾ ਹੈ। ਇਸ ਲਈ ਇਹ 11 ਅਤੇ 12 ਦੇ ਸੱਜੇ ਪਾਸੇ ਸੰਖਿਆ ਰੇਖਾ ਦੇ ਉੱਤੇ ਸਥਿਤ ਹੋਏਗਾ, 11 ਅਤੇ 12 ਦੇ ਵਿਚਕਾਰ ਸਥਿਤ ਨਹੀਂ ਹੋਏਗਾ। ਸੋ ਇਹ ਕਥਨ ਸਾਡੇ ਕੋਲ ਝੂਠ ਹੈ। ਅਗਲਾ ਕਥਨ ਸਾਡੇ ਕੋਲ ਹੈ ਪੂਰਨ ਸੰਖਿਆ 0 ਦਾ ਕੋਈ ਪਿਛੇਤਰ ਨਹੀਂ ਹੁੰਦਾ। ਇਹ ਬਿਲਕੁਲ ਸਹੀ ਹੈ। 0 ਸਭ ਤੋਂ ਛੋਟੀ ਪੂਰਨ ਸੰਖਿਆ ਹੁੰਦੀ ਹੈ, ਉਹਦਾ ਕੋਈ ਪਿਛੇਤਰ ਨਹੀਂ ਹੁੰਦਾ। ਤੋ ਇਹ ਕਥਨ ਸਾਡੇ ਕੋਲ ਸੱਚ ਹੈ। ਅਗਲਾ ਕਥਨ ਸਾਡੇ ਕੋਲ ਹੈ 2 ਅੰਕਾਂ ਦੀ ਸੰਖਿਆ ਦਾ ਅਗੇਤਰ ਹਮੇਸ਼ਾ 2 ਅੰਕਾਂ ਦੀ ਇੱਕ ਸੰਖਿਆ ਹੁੰਦੀ ਹੈ। ਇਹ ਵਿਦਿਆਰਥੀਓ ਸਹੀ ਹੋਏਗਾ ਕਿ ਗਲਤ ਹੋਏਗਾ? ਬਿਲਕੁਲ ਇਹ ਸਾਡੇ ਕੋਲ ਝੂਠ ਹੈ ਕਿਉਂਕਿ 2 ਅੰਕਾਂ ਦੀ ਸੰਖਿਆ ਦਾ ਅਗੇਤਰ ਹਮੇਸ਼ਾ 2 ਅੰਕਾਂ ਦੀ ਸੰਖਿਆ ਨਹੀਂ ਹੁੰਦੀ। ਕਿਉਂ? ਦੇਖੋ 99 ਜਿਹੜਾ ਸਾਡੇ ਕੋਲ ਹੈ 99 ਇੱਕ ਇਹੋ ਜਿਹੀ ਪੂਰਨ ਸੰਖਿਆ ਹੈ ਜਦੋਂ ਅਸੀਂ ਉਹਦਾ ਅਗੇਤਰ ਪਤਾ ਕਰਦੇ ਹਾਂ 99 ਦੇ ਵਿੱਚ ਜਦੋਂ ਅਸੀਂ 1 ਜੋੜਾਂਗੇ ਤਾਂ ਉਹ ਸਾਡੇ ਕੋਲ 100 ਬਣ ਜਾਂਦਾ ਹੈ ਔਰ 100 ਸਾਡੇ ਕੋਲ 3 ਅੰਕਾਂ ਵਾਲੀ ਸੰਖਿਆ ਹੈ। ਸੋ ਇਹ ਕਥਨ ਸਾਡੇ ਕੋਲ ਝੂਠ ਹੈ। ਮੈਨੂੰ ਪੂਰੀ ਉਮੀਦ ਹੈ
ਹਰ ਇੱਕ ਦੱਸੀ ਹੋਈ ਗੱਲ ਨੂੰ ਤੁਸੀਂ ਆਪਣੀ ਨੋਟਬੁੱਕ ਤੇ ਨੋਟ ਵੀ ਕੀਤਾ ਹੋਏਗਾ ਤੇ ਉਹਨੂੰ ਸਮਝਿਆ ਵੀ ਹੋਏਗਾ ਤੇ ਇਹਨੂੰ ਯਾਦ ਵੀ ਰੱਖੋਗੇ। ਜਿਹੜੇ ਸਵਾਲ ਤੁਹਾਨੂੰ ਅਭਿਆਸ ਵਾਸਤੇ ਛੱਡੇ ਨੇ ਉਹ ਤੁਸੀਂ ਉਹਨਾਂ ਦਾ ਅਭਿਆਸ ਵੀ ਜ਼ਰੂਰ ਕਰੋਗੇ। ਠੀਕ ਹੈ ਵਿਦਿਆਰਥੀਓ, ਇਸ ਤੋਂ ਬਾਅਦ ਆਪਾਂ ਨਵੇਂ ਲੈਸਨ ਦੇ ਨਾਲ, ਅਗਲੀ ਐਕਸਰਸਾਈਜ਼ ਦੇ ਕੁਐਸਚਨਸ ਦੇ ਨਾਲ ਫਿਰ ਅਗਲੇ ਲੈਸਨ ਦੇ ਵਿੱਚ, ਅਗਲੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਰੂਬਰੂ ਹੋਵਾਂਗੇ। ਉਦੋਂ ਤੱਕ ਸਤਿ ਸ਼੍ਰੀ ਅਕਾਲ।